डॉक्टर दलीप कौर टिवाणा दी पुस्तक एक कुड़ी दी कहानी है। रब वर्गा। दूर रथ दियां टलियां खड़कियां हल वाउंदे चन्नन ने भौं के नीच नाल देखिया। चल मेरे शेरा चल, उन्हें बलदां दी जोड़ी नूं मट्ठी हुंदी देख आख्या, पर वो तेज कोई ना होए। उहदी आवाज़ पहचानदे सन। अज इस आवाज़ च नित वाला ताण नहीं सी। सियाड़ पूरा करके जद उन्हें पिछां नज़र मारी तो उन्हें देखिया कई वरियां च पहली वारी अज उहदा सियाड़ विंगा हो गया सी। टल्लियां दी आवाज़ उच्ची हुंदी हुंदी ऐन नेड़े आ गई। हुण रब उहदे कोलों दी पहे च जा रहा सी। झुम्मण हिलिया। पिछले पासियों लड़ चुक के हुणे हुणे रोंदी हटी कुड़ी ने उहदे वल तक्किया। चन्नन दा हत्थ हल दे मुन्ने ते होर घुट्टिया गया। ਉਹਦੇ ਪੈਰ ਜਿਵੇਂ ਧਰਤੀ 'ਚ ਗੱਡਦੇ ਜਾ ਰਹੇ ਸਨ। ਟੱਲੀਆਂ ਹੌਲੀ ਹੁੰਦੀਆਂ ਹੁੰਦੀਆਂ ਸੁਣਨੋਂ ਹਟ ਗਈਆਂ। ਰਥ ਦੂਰ ਲੰਘ ਗਿਆ। ਸੂਰਜ ਚੜ ਕੇ ਸਿਰ ਤੇ ਆ ਗਿਆ। ਤਮਾੜ ਧੁੱਪ ਪੈ ਰਹੀ ਸੀ। ਆਲੇ ਦੁਆਲੇ ਦੇ ਲੋਕਾਂ ਨੂੰ ਹਲ ਛੱਡ ਕੇ ਪਸ਼ੂ ਦਰਖਤਾਂ ਹੇਠ ਲਿਆ ਬੰਨੇ, ਪਰ ਚੰਨਣਾ 'ਚ ਪਸੀਨੋ ਪਸੀਨਾ ਹੋਇਆ ਤਮਾੜ ਧੁੱਪ ਵਿੱਚ ਵੀ ਲੱਗਿਆ ਪਿਆ ਸੀ। ਉਹ ਚੰਨਣਾ ਵੇ ਚੰਨਣਾ, ਉਹ ਅੱਜ ਕਿਉਂ ਢੱਗੇ ਮਾਰਨ ਲੱਗਿਆ ਹੈ? ਉਹ ਦੇਖ ਤਾਂ ਉੱਤੋਂ ਕਿਹੜਾ ਵੇਲਾ ਹੋ ਗਿਆ। ਆ ਜਾ, ਨਾਲੇ ਟੁੱਕ ਦਾ ਭੋਰਾ ਖਾ ਲੈ, ਰੋਟੀ ਲੈ ਕੇ ਆਈ ਉਹਦੀ ਮਾਂ ਨੇ ਆਖਿਆ। ਸਿਆੜ ਪੂਰਾ ਕਰਕੇ ਚੰਨਣ ਨੇ ਬਲਦਾਂ ਨੂੰ ਛਾਵੇਂ ਲਿਆ ਬੰਨਿਆ। ਫਿਰ ਲਾਗੇ ਚੱਲਦੇ ਖੂਹ ਤੋਂ ਜਦੋਂ ਮੂੰਹ ਹੱਥ ਧੋਣ ਲੱਗਿਆ, ਕਿੰਨਾ ਚਿਰ ਬੁੱਕੋ ਬੁੱਕ ਪਾਣੀ ਪੀਂਦਾ ਰਿਹਾ। ਉਹਨੂੰ ਤਾਂਤਾਂ ਦੀ ਤ੍ਰੇਹ ਲੱਗੀ ਹੋਈ ਸੀ। ਮਾਂ ਨੇ ਪੌਣੇ 'ਚੋਂ ਰੋਟੀਆਂ ਖੋਲੀਆਂ, ਪੱਤੇ 'ਚ ਵਲੇਟਿਆ ਅਚਾਰ ਕੱਢਿਆ, ਸ਼ੱਕਰ ਘਿਓ ਵਾਲੀ ਕਟੋਰੀ ਉਹਦੇ ਮੂਹਰੇ ਰੱਖਤੀ। ਚੰਨਣ ਨੇ 2 ਰੋਟੀਆਂ ਸ਼ੱਕਰ ਘਿਓ ਵਾਲੀ ਕਟੋਰੀ ਤੇ ਰੱਖ ਦਿੱਤੀਆਂ ਤੇ ਬਾਕੀ ਦੀਆਂ 2 ਅਚਾਰ ਨਾਲ ਖਾ ਕੇ ਉੱਠ ਖੜਾ ਹੋਇਆ। ਅੱਜ ਕਿਸੇ ਨਾਲ ਔਖਾ ਹੋ ਕੇ ਹਟਿਆ? ਮਾਂ ਨੇ ਉਹਦੇ ਮੂੰਹ ਵੱਲ ਦੇਖ ਕੇ ਪੁੱਛਿਆ। ਚੰਨਣ ਨੇ ਕੋਈ ਜਵਾਬ ਨਾ ਦਿੱਤਾ ਤੇ ਜਾ ਕੇ ਬਲਦਾਂ ਦੇ ਖਰਖਰਾ ਕਰਨ ਲੱਗ ਪਿਆ। ਮਾਂ ਨੇ ਬਚੀਆਂ ਰੋਟੀਆਂ ਪੌਣੇ 'ਚ ਵਲੇਟੀਆਂ, ਲੱਸੀ ਵਾਲੇ ਖਾਲੀ ਝੱਕਰੇ ਤੇ ਧਰੀਆਂ ਤੇ ਪਿੰਡ ਵੱਲ ਤੁਰ ਪਈ। ਡੰਡੀ ਡੰਡੀ ਜਾਂਦੀ ਦੇ ਖਬਰੇ ਚਿੱਤ 'ਚ ਕੀ ਆਈ ਕਿ ਉਹ ਸੰਤੇ ਦੇ ਖੂਹ ਵੱਲ ਨੂੰ ਮੁੜ ਗਈ। ਉਹ ਔਲੂ ਕੋਲ ਬੈਠਾ ਰੱਸਾ ਵੱਟ ਰਿਹਾ ਸੀ। ਕਲਯੁਗ ਹੈ ਭਾਈ, ਕਲਯੁਗ। ਸਾਡੇ ਖੂਹ ਤੇ ਅੱਜ ਦੁਪਹਿਰ ਨੂੰ ਹੀ ਚੰਦ ਨਿਕਲ ਆਇਆ। ਕਿਉਂ ਚੰਦਕੁਰ ਭਾਬੀ? ਵੇ ਸੰਤਿਆ, ਤੂੰ ਬੁੜਾ ਵੀ ਹੋ ਗਿਆ, ਤੇਰੀਆਂ ਗੱਲਾਂ ਉਹੀ ਰਹੀਆਂ। ਤੈਨੂੰ ਦੇਖ ਕੇ ਤਾਂ ਫਿਰ ਜਵਾਨ ਹੋ ਜਾਣਾ। ਐਤਕੀ ਤਾਂ ਚੰਗੇ ਹੋ ਗਏ ਦਾਣੇ। ਉਹਦੀ ਗੱਲ ਅਣਗੌਲਿਆਂ ਕਰਦਿਆਂ ਉਹਨੇ ਪੁੱਛਿਆ। ਆਹੋ, ਕੁੜੀ ਦਾ ਵਿਆਹ ਦੇ ਦਿਆਂਗੇ ਅੱਸੂ 'ਚ। ਕੁਝ ਪੈਸੇ ਮੁੰਡਾ ਭੇਜ ਦੂ ਮਿੱਟ ਤੋਂ ਤੇ 100-200 ਕਿਸੇ ਭੈਣ ਭਾਈ ਤੋਂ ਫੜ ਕੇ ਸਾਰ ਲਾਂਗੇ। ਤੂੰ ਨਹੀਂ ਚੰਨਣ ਵਿਆਹਣਾ ਹਾਲੇ? ਪੁੱਛਿਆ ਤਾਂ ਹੈ 1-2 ਨੇ। ਮੈਂ ਕਹਿੰਦੀ ਆ ਕੋਈ ਘਰਾਣੇ ਦੀ ਆਵੇ। ਮੁੰਡਾ ਤਾਂ ਮੇਰਾ ਨਿਰਾ ਗਊ ਦਾ ਜਾਇਆ। ਵੇ ਸੰਤਿਆ, ਉਹ ਸਾਹਮਣੇ ਕਿਹੜਾ ਵੱਟਾਂ ਪਾ ਰਿਹਾ? ਮੇਰੀ ਤਾਂ ਅੱਗ ਲੱਗਣੀ ਨਿਗਾਹ ਨੂੰ ਵੀ। ਖਬਰ ਨੂੰ ਕੀ ਹੋ ਗਿਆ? ਦੂਰੋਂ ਬੰਦਾ ਵੀ ਨਹੀਂ ਸਿਆਣ 'ਚ ਆਉਂਦਾ। ਇਹ ਨਵੇਂ ਪਿੰਡੋਂ ਸੌਣ ਸਿਉਂ ਦਾ ਸੀਰੀ ਹੈ। ਉਹਨਾਂ ਦੇ ਖੇਤ ਵੀ ਤਾਂ ਆਪਣੇ ਖੇਤਾਂ ਨਾਲ ਹੀ ਮਿਲਦੇ ਆ। ਅੱਜ ਤੋਰਤਾ ਮੁਕਲਾਵਾ ਸੌਣ ਸਿਉਂ ਨੇ ਵੀ ਕੁੜੀ ਦਾ। ਅੱਛਾ, ਕੁੜੀ ਚੰਗੀ ਦੱਸਦੇ ਨੇ। ਕੀ ਲੇਖਾ ਸੀ ਕੁੜੀ ਦਾ? ਕਈ ਵਾਰੀ ਇੱਥੇ ਰੋਟੀ ਦੇਣ ਆਉਂਦੀ ਹੁੰਦੀ ਸੀ। ਸਹੁਰੀ ਮੋਰਨੀ ਵਰਗੀ ਸੀ। ਜੇ ਕਿਤੇ ਚੰਨਣ ਨੂੰ ਸਾਖ ਹੋ ਜਾਂਦਾ। ਉਹ ਵੱਡੇ ਲਾਣੇ ਵਾਲੇ ਕਿੱਥੇ ਕਰਨ ਲੱਗੀ ਸੀ। ਸਾਡੇ ਮੁੰਡੇ ਵਰਗਾ ਵੀ ਤਾਂ ਦੀਵਾ ਲੈ ਕੇ ਟੋਲਿਆ ਨਹੀਂ ਥੀ ਆਉਂਦਾ। ਉਹ ਤਾਂ ਤੇਰੀ ਗੱਲ ਠੀਕ ਆ, ਪਰ ਅੱਜ ਕੱਲ ਤਾਂ ਪੈਸੇ ਦਾ ਜ਼ਮਾਨਾ ਹੈ। ਦੇਖ ਲੈ, ਬੁੱਢਣ ਕੇ ਉਸ ਭੈਂਗੇ ਜੇ ਕਰਤਾਰੇ ਦੇ ਵੀ ਕੱਲ ਧਰ ਗਿਆ ਕੋਈ ਹੱਥ ਰੁਪਈਆ ਭੋਏ ਦੇ ਸਿਰ ਤੇ ਹੀ। ਹੋਰ ਕੀ, ਰੱਬ ਦੀਆਂ ਕੁਦਰਤਾਂ ਨੇ ਸਭ। ਅੱਜ ਝੋਨਾ ਤੇ ਬੜਾ ਸੋਹਣਾ ਲਿਆ ਭਾਬੀ। ਜਾਵੇ, ਮਸ਼ਕਰੀਆਂ ਨਾ ਕਰ। ਸਾਬਣ ਨਹੀਂ ਸੀ ਲਿਆਂਦਾ ਹੋਇਆ, ਥੋੜਾ ਮੈਲਾ ਹੀ ਆ, ਪਰ ਇਹਨੂੰ ਕੀ ਹੈ? ਨਾਲੇ ਬੁੜੀਆਂ ਦਾ ਕੀ ਹੁੰਦਾ, ਜਿਹੋ ਜਿਹਾ ਹੋਇਆ ਲੈ ਲਿਆ। ਮੈਨੂੰ ਤਾਂ ਤੂੰ ਬੁੜੀ ਨਹੀਂ ਲੱਗਦੀ। ਜਾ ਵੇ, ਐਵੇਂ ਨਾ ਬੋਲੀ ਜਾਇਆ ਕਰ। ਆਖੋ ਪਿੰਡ ਵੱਲ ਨੂੰ ਤੁਰ ਪਈ। ਮੁੜੀ ਜਾਂਦੀ ਨੇ ਉਹਨੇ ਦੇਖਿਆ ਅੱਜ ਚੰਨਣ ਬਲਦਾਂ ਨੂੰ ਨਹੀਂ ਸੀ ਤੋਰ ਰਿਹਾ, ਸਗੋਂ ਬਲਦ ਉਹਨੂੰ ਤੋਰ ਰਹੇ ਸੀ। ਆਥਣ ਹੋ ਗਈ। ਸੂਰਜ ਆਖਰੀ ਲਸ਼ਕੋਰ ਮਾਰ ਛੁਪ ਗਿਆ। ਦਿਨ ਦੂਰ ਪਹਾੜਾਂ ਪਿੱਛੇ ਸੌਣ ਚਲਾ ਗਿਆ। ਜਾਨਵਰ ਆਲਣਿਆਂ ਨੂੰ ਮੁੜਨ ਲੱਗੇ। ਚੰਨਣ ਅਜੇ ਵੀ ਹਲ ਵਾਹ ਰਿਹਾ ਸੀ। ਉਹ ਚੱਲ ਸ਼ੇਰਾ, ਜੋੜੀ ਖੋਲ, ਚੱਲ, ਕੱਲ ਨੂੰ ਕਿਹੜਾ ਦਿਨ ਨਹੀਂ ਚੜ੍ਹਨਾ। ਸੰਤੇ ਨੇ ਘਰ ਜਾਂਦਿਆਂ ਚੰਨਣ ਨੂੰ ਦੂਰੋਂ ਹਾਕ ਮਾਰ ਕੇ ਆਖਿਆ। ਚੰਨਣ ਨੇ ਕੋਈ ਉੱਤਰ ਨਾ ਦਿੱਤਾ। ਉਹਨੂੰ ਲੱਗਿਆ ਇਹ ਦਿਨ ਤਾਂ ਹੋਰਨਾਂ ਦਿਨਾਂ ਵਰਗਾ ਨਹੀਂ। ਸਿਆੜ ਮੁਕਾ
ਉਹਨੇ ਹਲ ਛੱਡਿਆ, ਜੁੱਤੀ ਝਾੜੀ, ਅਸਮਾਨ ਵੱਲ ਤੱਕ ਕੇ ਮੂੰਹ ਤੇ ਹੱਥ ਫੇਰਿਆ। ਫਿਰ ਉਸ ਪਹੇ ਵੱਲ ਤੱਕਣ ਲੱਗਿਆ ਜਿੱਥੋਂ ਦੀ ਸਵੇਰੇ ਰੱਥ ਲੰਘਿਆ ਸੀ। ਬੇਧਿਆਨੀ ਉੱਧਰ ਨੂੰ ਤੁਰ ਪਿਆ। ਰੱਥ ਦੀ ਲੀਹ ਕਿਤੋਂ ਅਜੇ ਵੀ ਸਾਫ਼ ਦਿਸਦੀ ਸੀ। ਲੀਹ 'ਚ ਉਹਨੇ ਮਿੱਟੀ ਦੀ ਮੁੱਠੀ ਭਰ ਲਈ ਤੇ ਫਿਰ ਉੱਥੇ ਹੀ ਢੇਰੀ ਕਰ ਪਿਛਾਂਹ ਪਰਤ ਗਿਆ। ਫਿਰ ਜਿਵੇਂ ਉਹਦਾ ਸਾਰਾ ਆਪਾ ਪੰਗਰ ਕੇ ਦੋ ਬੋਲ ਬਣ ਗਿਆ। ਰੱਬ ਵਰਗਾ ਆਸਰਾ ਤੇਰਾ ਵਸਦਾ ਰਹਿ ਮਿੱਤਰਾ, ਉੱਚੀ ਉੱਚੀ ਗਾਉਣ ਲੱਗ ਪਿਆ। ਇਹ ਬੋਲ ਉਹਦੇ ਅੰਦਰੋਂ ਨਿਕਲਦੇ ਤੇ ਉਹਦੇ ਅੰਦਰ ਹੀ ਜਿਵੇਂ ਮੁੜ ਸਮਾ ਰਹੇ ਸਨ। ਚਾਨਣ ਉਸੇ ਪਹੇ ਵਿੱਚੋਂ ਦੀ ਪਿੰਡ ਨੂੰ ਮੁੜ ਰਿਹਾ ਸੀ ਜਿਸ ਵਿੱਚੋਂ ਦੀ ਸਵੇਰੇ ਰੱਥ ਲੰਘ ਕੇ ਗਿਆ ਸੀ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਔਰਤ। ਉਹ ਇੱਕ ਸਧਾਰਨ ਔਰਤ ਸੀ। ਉਹਦਾ ਇੱਕ ਘਰ ਸੀ, ਪਤੀ ਸੀ, ਬੱਚੇ ਸਨ। ਪਤੀ ਉਹਦਾ ਕਮਾ ਲਿਆਉਂਦਾ, ਉਹ ਰਿੰਨ ਪਕਾ ਦਿੰਦੀ, ਘਰ ਸੰਭਾਲਦੀ, ਬੱਚਿਆਂ ਦੀ ਦੇਖਭਾਲ ਕਰਦੀ। ਕਦੇ ਕਦੇ ਉਹਨਾਂ ਦੇ ਘਰ ਕੋਈ ਮਹਿਮਾਨ ਆ ਜਾਂਦਾ, ਕਦੇ ਕਦੇ ਉਹ 2-4 ਦਿਨ ਲਈ ਪੇਕੀ ਸਹੁਰੀ ਚਲੀ ਜਾਂਦੀ। ਕਦੇ ਕਦੇ ਉਹਦਾ ਪਤੀ ਉਹਦੇ ਨਾਲ ਨਾਰਾਜ਼ ਹੋ ਜਾਂਦਾ। ਉਹ ਬੱਚਿਆਂ ਨੂੰ ਵੱਢ ਖਾਂਦੀ, ਪਰ ਕਦੇ ਕਦੇ ਖੁਸ਼ ਹੋ ਕੇ ਕੋਈ ਗਹਿਣਾ ਕੱਪੜਾ ਵੀ ਬਣਵਾ ਦਿੰਦਾ। ਇਉਂ ਹੀ ਦਿਨ ਮਹੀਨੇ ਸਾਲ ਲੰਘਦੇ ਗਏ ਤੇ ਇਉਂ ਹੀ ਦਿਨ ਮਹੀਨੇ ਸਾਲ ਲੰਘਾ ਕੇ ਉਹ ਇੱਕ ਦਿਨ ਮਰ ਗਈ। ਧੰਨਵਾਦ। ਅਗਲੀ ਕਹਾਣੀ ਹੈ ਜਿਉਂਦੇ ਮੋਏ। ਕੱਲ ਓਵਰਟਾਈਮ ਵੀ ਲਾਇਆ ਪਰ ਕੰਮ ਅਜੇ ਵੀ ਬਹੁਤ ਪਿਆ ਸੀ। ਆਥਣ ਤੀਕ ਸਾਰੇ ਕਾਗਜ਼ ਮੁਕੰਮਲ ਕਰ ਲਏ ਸਨ। ਕੱਲ ਸਾਹਿਬ ਨੇ ਦੌਰੇ ਤੇ ਜਾਣਾ ਸੀ ਤੇ ਸਾਰਾ ਕੁਝ ਟਾਈਪ ਕਰਵਾ ਕੇ ਨਾਲ ਲਿਜਾਣਾ ਸੀ। ਇਸੇ ਕਰਕੇ ਰਵਿੰਦਰ ਅੱਜ ਛੇਤੀ ਦਫ਼ਤਰ ਆ ਗਿਆ ਸੀ। 1.5 ਕੁ ਘੰਟਾ ਉਹਨੂੰ ਕੰਮ ਕਰਦਿਆਂ ਹੋ ਗਿਆ ਸੀ ਜਦੋਂ ਦਫ਼ਤਰ ਦੀ ਡਾਕ ਆਈ। ਵਿੱਚੋਂ 2 ਖੱਤ ਉਹਦੇ ਵੀ ਸਨ। ਕੰਮ ਭਾਵੇਂ ਬੜਾ ਪਿਆ ਸੀ, ਫਿਰ ਵੀ ਖੱਤ ਪੜ੍ਹ ਲੈਣ ਦੇ ਲਾਲਚ ਨੂੰ ਉਹ ਰੋਕ ਨਾ ਸਕਿਆ। ਇੱਕ ਖੱਤ ਮਾਮਾ ਜੀ ਦਾ ਸੀ। ਉਹਨਾਂ ਰਾਤੀ ਇੱਥੋਂ ਲੰਘਣਾ ਸੀ ਤੇ ਰਵਿੰਦਰ ਨੂੰ ਸਟੇਸ਼ਨ ਤੇ ਆ ਜਾਣ ਲਈ ਆਖਿਆ ਸੀ। ਉਹਨਾਂ ਲਿਖਿਆ ਸੀ, ਤੇਰੀ ਮਾਮੀ ਨੇ ਕੁਝ ਚੀਜ਼ਾਂ ਭੇਜੀਆਂ ਨੇ, ਲੈ ਜਾਵੀਂ। ਵਕਤ ਘੱਟ ਹੈ ਤੇ ਜ਼ਰੂਰੀ ਮੀਟਿੰਗ ਤੇ ਜਾ ਰਿਹਾ, ਨਹੀਂ ਤਾਂ ਮੈਂ ਉਤਰ ਕੇ ਜਾਂਦਾ। ਮਾਮੀ ਜੀ ਨੇ ਕੀ ਚੀਜ਼ਾਂ ਭੇਜੀਆਂ ਹੋਣਗੀਆਂ ਉਹਨੂੰ ਖਿਆਲ ਆਇਆ, ਪਰ ਕੁਝ ਵੀ ਸੋਚ ਲੈਣ ਤੋਂ ਪਹਿਲਾਂ ਉਹਨੇ ਦੂਜਾ ਖੱਤ ਖੋਲ੍ਹ ਲਿਆ ਸੀ। ਉਹਦਾ ਹੇਠਲਾ ਸਾਹ ਹੇਠਾਂ ਤੇ ਉਤਲਾ ਉੱਤੇ ਰਹਿ ਗਿਆ। ਚੰਡੀਗੜ੍ਹ ਤੋਂ ਮਹਿੰਦਰ ਨੇ ਲਿਖਿਆ ਸੀ ਕਿ 1 ਤਰੀਕ ਨੂੰ ਸੁਰੇਸ਼ ਮਰ ਗਿਆ। ਉਹਨੇ ਫੀਮ ਖਾ ਲਈ ਸੀ। ਸੁਰੇਸ਼ ਉਹਨਾਂ ਦੇ ਗੁਆਂਢੀਆਂ ਦਾ ਗੋਦ ਲਿਆ ਪੁੱਤਰ, ਉਹਦਾ ਜਮਾਤੀ, ਉਹਦਾ ਮਿੱਤਰ ਸੀ। ਪੀਏ ਪਿੱਛੋਂ ਰਵਿੰਦਰ ਨੇ ਤਾਂ ਦਿੱਲੀ ਆ ਕੇ ਨੌਕਰੀ ਕਰ ਲਈ ਸੀ, ਪਰ ਸੁਰੇਸ਼ MA 'ਚ ਦਾਖਲ ਹੋ ਗਿਆ ਸੀ। ਚਿੱਠੀ ਹੱਥ 'ਚ ਫੜੀ 2 ਕੁ ਮਿੰਟ ਰਵਿੰਦਰ ਸੁੰਨ ਹੋਇਆ ਬੈਠਾ ਰਿਹਾ। ਫਿਰ ਉਹਨੂੰ ਟਾਈਪ ਕਰਨ ਵਾਲੇ ਕਾਗਜ਼ਾਂ ਦਾ ਖਿਆਲ ਆਇਆ। ਉਹ ਟਾਈਪ ਕਰਨ ਲੱਗ ਪਿਆ। ਵਿੱਚ ਉਹਨੂੰ ਸੁਰੇਸ਼ ਦਾ ਖਿਆਲ ਆ ਜਾਂਦਾ ਤੇ ਉਹਦੀਆਂ ਉਂਗਲਾਂ ਸਿਥਲ ਹੋਣ ਲੱਗ ਪੈਂਦੀਆਂ, ਪਰ ਕੰਮ ਦਾ ਢੇਰ ਸਾਹਮਣੇ ਦੇਖ ਉਹ ਝੁੰਝਲਾ ਕੇ ਛੇਤੀ ਟਾਈਪ ਕਰਨ ਲੱਗ ਪੈਂਦਾ। ਦੁਪਹਿਰੇ ਰੋਟੀ ਵੇਲੇ ਅੱਜ ਉਹਨੇ ਰੋਟੀ ਕੋਈ ਨਾ ਖਾਧੀ। ਜੇ ਚਾਹੁੰਦਾ ਤਾਂ ਇਸ ਅੱਧੇ ਘੰਟੇ 'ਚ ਉਹ ਉਸ ਚਿੱਠੀ ਨੂੰ ਦੁਬਾਰਾ ਪੜ੍ਹ ਸਕਦਾ ਸੀ, ਪਰ ਉਹਨੇ ਸੋਚਿਆ ਜੇ ਦਿਲ ਭਰ ਆਇਆ ਕੰਮ ਕਰਨਾ ਔਖਾ ਹੋ ਜਾਣਾ। ਇਸ ਲਈ ਉਹ ਸੋਚਣਾ ਚਾਹੁੰਦਾ ਸੀ ਜਿਵੇਂ ਸੁਰੇਸ਼ ਨੂੰ ਕੁਝ ਨਹੀਂ ਹੋਇਆ, ਜਿਵੇਂ ਉਹਨੂੰ ਕੋਈ ਚਿੱਠੀ ਨਹੀਂ ਮਿਲੀ, ਤੇ ਉਹ ਫਿਰ ਟਾਈਪ ਕਰਨ ਬਹਿ ਗਿਆ। ਰਵਿੰਦਰ ਨੇ ਦਿੱਲੀ ਨੂੰ ਆਉਣ ਵੇਲੇ ਛੱਡਣ ਆਏ ਸਟੇਸ਼ਨ ਤੇ ਖੜੇ ਸੁਰੇਸ਼ ਦਾ ਹਿਲਦਾ ਹੱਥ, ਫਿਰ ਸੁਰੇਸ਼ ਦਾ ਅਫੀਮ ਖਾਂਦੇ ਦਾ ਕੁਮਲਾਇਆ ਮੂੰਹ ਤੇ ਫਿਰ ਥੰਮਲੇ ਵਰਗੇ ਸੁਰੇਸ਼ ਨੂੰ ਸ਼ਮਸ਼ਾਨ ਵੱਲ ਲਈ ਜਾਂਦੇ ਲੋਕ ਬਿਜਲੀ ਦੀ ਤੇਜ਼ੀ ਨਾਲ ਰਵਿੰਦਰ ਦੇ ਮਨ 'ਚੋਂ ਲੰਘੇ। ਇੰਨੀ ਠੰਡ 'ਚ ਉਹਨੇ ਉੱਠ ਕੇ 2 ਵਾਰੀ ਠੰਡਾ ਪਾਣੀ ਪੀਤਾ, ਪਰ ਉਹ ਇਉਂ ਸੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਹੀਂ। ਰਾਤ ਤੀਕ ਉਹ ਟਾਈਪ ਕਰਦਾ ਰਿਹਾ। ਸਾਰੇ ਕਾਗਜ਼ ਮੁਕੰਮਲ ਕਰਕੇ ਉਸ ਸਾਹਿਬ ਦੀ ਕੋਠੀ ਪਹੁੰਚਾਣ ਗਿਆ। ਰਵਿੰਦਰ, ਕੱਲ ਨੂੰ ਫਿਰ ਤੂੰ ਹੀ ਚੱਲੀ ਮੇਰੇ ਨਾਲ। ਹਰਬੰਸ ਲਾਲ ਤਾਂ ਛੁੱਟੀ ਲੈ ਗਿਆ, ਉਹਦੇ ਘਰੋਂ ਬਿਮਾਰ ਹੋ ਗਈ ਏ, ਸਾਹਿਬ ਨੇ ਆਖਿਆ। ਰਵਿੰਦਰ ਦਾ ਮਨ ਕੀਤਾ ਉਹ ਸਾਹਿਬ ਨੂੰ ਆਖੇ, ਸਾਹਿਬ ਮੇਰਾ ਦੋਸਤ ਮਰ ਗਿਆ, ਮੈਂ ਅਜੇ ਉਹਨੂੰ ਰੋਇਆ ਵੀ ਨਹੀਂ, ਪਰ ਉਹਨੇ ਇੰਨਾ ਹੀ ਕਿਹਾ ਕਿ ਅੱਛਾ ਜਨਾਬ, ਤੂੰ ਸਵੇਰੇ 4 ਵਜੇ ਫਿਰ ਸਟੇਸ਼ਨ ਤੇ ਆ ਜਾਈਂ, ਆਖ ਸਾਹਿਬ ਸੈਰ ਨੂੰ ਤੁਰ ਪਿਆ। ਰਵਿੰਦਰ ਘਰ ਨੂੰ ਜਾਂਦਾ ਸੋਚ ਰਿਹਾ ਸੀ, ਕੱਲ ਲਈ ਸਬਜ਼ੀ ਵੀ ਲੈ ਕੇ ਜਾਣੀ ਹੈ, ਨਲਕਾ ਠੀਕ ਕਰਨ ਵਾਲੇ ਨੂੰ ਵੀ ਕਹਿ ਕੇ ਜਾਣਾ, ਨਹੀਂ ਤਾਂ ਪਿੱਛੋਂ ਪਾਣੀ ਵਗੀ ਜਾਊ ਤੇ ਖਬਰੇ ਕਿੰਨਾ ਕੁ ਬਿੱਲ ਆ ਜਾਏ। ਕੱਲ ਨੂੰ ਸਾਹਿਬ ਦੇ ਨਾਲ ਜਾਣਾ ਹੈ, ਧੋਬੀ ਤੋਂ ਕੱਪੜੇ ਵੀ ਲੈ ਜਾਵਾਂ। ਇਉਂ ਹੀ ਫਿਰਦੇ ਫਿਰਾਉਂਦੇ ਨੂੰ ਉਹਨੂੰ 9 ਵੱਜ ਗਏ। ਡੱਬੇ 'ਚ ਰੋਟੀ ਉਸੇ ਤਰ੍ਹਾਂ ਪਈ ਦੇਖ ਮਾਂ ਨੇ ਪੁੱਛਿਆ, ਜੀ ਤਾਂ ਰਾਜੀ ਆ, ਰੋਟੀ ਹੋਵੇਂ ਮੋੜ ਲਿਆ। ਮਾਂ ਨੂੰ ਅਜਿਹੀ ਗੱਲ ਕਿਵੇਂ ਦੱਸੇ? ਉਹਦਾ ਤੇ
ਅੱਗੇ ਹੀ ਦਿਲ ਏਡਾ ਪਤਲਾ ਏ, ਫਿਰ ਪਿੱਛੋਂ ਕਿਤੇ ਬਿਮਾਰ ਹੋ ਗਈ ਕੌਣ ਸੰਭਾਲੂ। ਵਕਤ ਹੀ ਨਹੀਂ ਮਿਲਿਆ ਖਾਣ ਦਾ, ਕੰਮ ਹੀ ਬੜਾ ਸੀ। ਉਹਨੇ ਮੁੜੇ ਤੇ ਰਸੋਈ 'ਚ ਮਾਂ ਦੇ ਕੋਲ ਬੈਠਦਿਆਂ ਆਖਿਆ, ਕੰਮ ਤਾਂ ਹੁੰਦੇ ਹੀ ਰਹਿੰਦੇ ਐ, ਕੋਈ ਰੋਟੀ ਥੋੜਾ ਛੱਡ ਦੇਈਦੀ ਐ। ਅੰਨ ਵਿੱਚ ਤਾਂ ਪ੍ਰਾਣ ਨੇ। ਜਾ ਵੱਡੇ ਦੀਆਂ ਅੱਜ ਕੱਲ੍ਹ ਦੀਆਂ ਨੌਕਰੀਆਂ ਵੀ ਕਾਹਦੀਆਂ ਨੇ, ਜਾਨ ਦਾ ਖੌਅ ਨੇ। ਸਾਡੇ ਜ਼ਮਾਨੇ ਹੁੰਦੇ ਸੀ, ਮਾਰਕੀਟ ਟਕੇ ਦੇ ਅਫਸਰ ਦੀ ਕੀ ਸੀ ਲਈ ਦੀ। ਰੋਟੀ ਪਾ ਕੇ ਦਿੰਦਿਆਂ ਮਾਂ ਨੇ ਆਖਿਆ। ਰੋਟੀ ਖਾ ਕੇ ਅਟੈਚੀ 'ਚ ਚੀਜ਼ਾਂ ਪਾਈਆਂ ਤੇ ਮਾਂ ਨੂੰ ਦੱਸਿਆ ਵੀ ਕੱਲ ਨੂੰ ਉਹ 2 ਦਿਨਾਂ ਲਈ ਸਾਹਿਬ ਦੇ ਨਾਲ ਦੌਰੇ ਤੇ ਜਾ ਰਿਹਾ। ਹਾਂ ਸੱਚ, ਅੱਜ ਮਾਮਾ ਜੀ ਸਟੇਸ਼ਨ ਤੋਂ ਦੀ ਲੰਘਣਗੇ, ਰਵਿੰਦਰ ਨੇ ਮਾਂ ਨੂੰ ਦੱਸਿਆ। ਮੈਂ ਵੀ ਚੱਲੂੰਗੀ ਤੇਰੇ ਨਾਲ ਉਹਨੂੰ ਮਿਲਣ। ਉਹਨੂੰ ਨਹੀਂ ਹੁਣ ਵਕਤ ਮਿਲਦਾ ਵੱਡੇ ਕੰਮੇ ਨੂੰ, ਮੇਰੀ ਤਾਂ ਫਿਰ ਵੀ ਅੰਮਾਂ ਦਾ ਜਾਇਆ। ਮਾਂ ਦੇ ਨਾਲ ਉਹ ਸਟੇਸ਼ਨ ਨੂੰ ਤੁਰ ਪਿਆ। ਅੱਜ ਸਾਰਾ ਕੁਝ ਹੀ ਉਹਨੂੰ ਹੋਰ ਤਰ੍ਹਾਂ ਦਾ ਲੱਗ ਰਿਹਾ ਸੀ। ਇਹ ਮਕਾਨ ਨੇ, ਸੜਕ ਹੈ, ਬਿਜਲੀ ਦੇ ਖੰਭੇ ਨੇ, ਉਹ ਜਿਵੇਂ ਆਪਣੇ ਆਪ ਨੂੰ ਦੱਸ ਰਿਹਾ ਸੀ। ਸੁਰੇਸ਼ ਬੰਦੇ ਨੇ ਏਡਾ ਵੀ ਕੀ ਮਜਬੂਰ ਹੋ ਜਾਣਾ ਹੋਇਆ ਕਿ ਉਹ ਜਿਵੇਂ ਸੁਰੇਸ਼ ਨੂੰ ਪੁੱਛ ਹੀ ਰਿਹਾ ਸੀ ਕਿ ਮਾਂ ਨੇ ਆਖਿਆ, ਕਾਕਾ ਧਿਆਨ ਨਾਲ ਤੁਰ, 2 ਵਾਰੀ ਤੇਰਾ ਪੈਰ ਅੜ ਗਿਆ। ਨਾਲੇ ਕੀ ਹੋਇਆ ਤੈਨੂੰ ਅੱਜ, ਰੋਟੀ ਵੀ ਤੂੰ ਥੋੜੀ ਉਹ ਖਾਧੀ ਆ। ਕੁਛ ਨਹੀਂ ਮਾਂ ਜੀ, ਆਖੋ ਮਾਂ ਨਾਲ ਗੱਲਾਂ ਕਰਨ ਲੱਗ ਪਿਆ। ਆਪਣੇ ਸ਼ਹਿਰ ਚੰਡੀਗੜ੍ਹ ਦੀਆਂ, ਆਪਣੇ ਗੁਆਂਢੀਆਂ ਦੀਆਂ, ਆਪਣੇ ਬਚਪਨ ਦੀਆਂ, ਇਉਂ ਸੁਰੇਸ਼ ਦੀ ਯਾਦ ਦੇ ਨੇੜੇ ਤੇੜੇ ਜਾ ਕੇ ਮੁੜ ਆਉਂਦਾ ਸੀ। ਮਾਮੇ ਨੂੰ ਮਿਲ ਕੇ ਜਦੋਂ ਘਰ ਪਹੁੰਚੇ 12 ਵੱਜ ਚੁੱਕੇ ਸੀ। ਰਾਹ ਵਿੱਚੋਂ ਹੀ ਰਵਿੰਦਰ 2 ਨੀਂਦ ਲਿਆਉਣ ਵਾਲੀਆਂ ਗੋਲੀਆਂ ਲੈ ਆਇਆ ਸੀ। ਅੱਜ ਨਾ ਸੁੱਤਾ ਤਾਂ ਕੱਲ ਸਾਹਿਬ ਨਾਲ ਕੰਮ ਨਹੀਂ ਹੋ ਸਕਣਾ। ਸਾਹਿਬ ਦਾ ਮਤੇ ਇੰਪ੍ਰੈਸ਼ਨ ਹੀ ਵਿਗੜ ਜਾਏ। ਰਿਪੋਰਟਾਂ ਵੀ ਤੇ ਇਸੇ ਮਹੀਨੇ ਹੀ ਜਾਣੀਆਂ ਨੇ, ਉਹਨੇ ਸੋਚਿਆ। 3 ਵਜੇ ਅਲਾਰਮ ਵੱਜੇ ਤੋਂ ਮਾਂ ਨੇ ਉਹਨੂੰ ਜਗਾਇਆ। ਜਿੰਨੇ ਚਿਰ 'ਚ ਉਹ ਤਿਆਰ ਹੋਇਆ ਮਾਂ ਨੇ ਚਾਹ ਬਣਾਤੀ। ਚਾਹ ਪੀ ਕੇ 4 ਵਜੇ ਨੂੰ ਉਹ ਸਟੇਸ਼ਨ ਤੇ ਆ ਗਿਆ। ਕੁਛ ਹੀ ਮਿੰਟਾਂ ਮਗਰੋਂ ਗੱਡੀ ਆ ਗਈ। ਉਹਨੇ ਸਾਹਿਬ ਦਾ ਅਟੈਚੀ ਚੁੱਕ ਕੇ ਡੱਬੇ 'ਚ ਰੱਖਿਆ। ਸਾਹਿਬ ਨੂੰ ਚਾਹ ਦਾ ਕੱਪ ਲਿਆ ਕੇ ਦਿੱਤਾ। ਸਾਹਿਬ ਦੇ ਕੋਲ ਬੈਠਿਆ ਉਸ ਕੋਸ਼ਿਸ਼ ਕਰਦਾ ਰਿਹਾ ਕਿ ਸੁਰੇਸ਼ ਵੱਲ ਉਹਦਾ ਧਿਆਨ ਨਾ ਜਾਵੇ। ਸਾਰਾ ਦਿਨ ਉਹ ਸਾਹਿਬ ਦੇ ਨਾਲ ਕੰਮ ਕਰਦਾ ਰਿਹਾ। ਰਾਤ ਨੂੰ ਜ਼ਰੂਰੀ ਕਾਗਜ਼ ਟਾਈਪ ਕੀਤੇ। ਜਿਨ੍ਹਾਂ ਦੇ ਘਰ ਸਾਹਿਬ ਤੇ ਉਹ ਠਹਿਰੇ ਸਨ, ਉਹਨਾਂ ਲੋਕਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਸਾਹਿਬ ਦੇ ਕਹਿਣ ਤੇ ਚੌਥਾ ਬੰਦਾ ਨਾ ਹੋਣ ਕਰਕੇ ਉਹਨਾਂ ਨਾਲ ਤਾਸ਼ ਵੀ ਖੇਡਦਾ ਰਿਹਾ। ਵਿੱਚੋਂ ਕਦੇ ਸੁਰੇਸ਼ ਦੀ ਯਾਦ ਉਹਦੇ ਕੋਲ ਆ ਖਲੋਂਦੀ। ਉਹ ਇਉਂ ਦੱਸਦਾ ਜਿਵੇਂ ਉਹਨੇ ਦੇਖਿਆ ਹੀ ਨਹੀਂ ਹੁੰਦਾ। 2 ਦਿਨ ਲੰਘ ਗਏ। ਥੱਕਿਆ ਟੁੱਟਿਆ ਉਹ ਘਰ ਮੁੜਿਆ, ਨਹਾਤਾ, ਰੋਟੀ ਖਾਧੀ। ਮਾਂ ਨੂੰ ਦੱਸਿਆ ਕਿ ਸਾਹਿਬ ਉਹਦੇ ਨਾਲ ਬੜਾ ਖੁਸ਼ ਰਿਹਾ ਤੇ ਪੁੱਛਦਾ ਸੀ ਤੇਰੀ ਤਰੱਕੀ ਦੀ ਕਦੋਂ ਕੁ ਵਾਰੀ ਹੈ। ਤੇ ਇੰਨੇ ਨੂੰ ਮੀਟਿੰਗ ਤੋਂ ਮੁੜ ਕੇ ਉਹਦੇ ਮਾਮਾ ਜੀ ਵੀ ਆ ਗਏ। 12-1 ਵਜੇ ਤੀਕ ਉਹ ਗੱਲਾਂ ਕਰਦੇ ਰਹੇ। ਮਾਮਾ ਜੀ ਉਹਦੇ ਬੜੇ ਰੌਣਕੀ ਬੰਦੇ ਸੀ। ਕੋਈ ਸੁਣਨ ਵਾਲਾ ਹੋਵੇ ਗੱਲਾਂ ਤਾਂ ਫਿਰ ਉਹਨਾਂ ਦੀਆਂ ਮੁੱਕਦੀਆਂ ਹੀ ਨਹੀਂ ਸੀ। ਫਿਰ ਵਿੱਚੋਂ ਹੀ ਪਤਾ ਨਹੀਂ ਕਿਹੜੇ ਵੇਲੇ ਉਹਨੂੰ ਨੀਂਦ ਆ ਗਈ। ਸਵੇਰੇ ਮਾਂ ਆਖਦੀ ਸੀ, ਰਾਤੀ ਉਹ ਬੜਾ ਬਰੜਾਉਂਦਾ ਰਿਹਾ। ਉਹ ਤਿਆਰ ਹੋ ਕੇ ਦਫ਼ਤਰ ਆ ਗਿਆ। ਹੋਵੇਗਾ ਤਾਂ ਤੂੰ ਵੀ ਥੱਕਿਆ ਹੀ ਹੋਇਆ, ਪਰ ਜ਼ਰੂਰੀ ਕੰਮ ਆ ਗਿਆ। ਇਹ ਕਾਗਜ਼ ਹੋਰ ਟਾਈਪ ਕਰਨੇ ਨੇ, ਸਾਹਿਬ ਨੇ ਆਖਿਆ। ਕਾਗਜ਼ ਫੜ ਕੇ ਉਹ ਲੈ ਗਿਆ, ਟਾਈਪ ਵੀ ਕਰਨ ਲੱਗ ਪਿਆ, ਕਰਦਾ ਰਿਹਾ। ਦੁਪਹਿਰ ਨੂੰ ਜਦੋਂ ਕੰਮ ਮੁਕਾ ਕੇ ਸਾਹਿਬ ਕੋਲ ਲੈ ਗਿਆ ਤਾਂ ਟਾਈਪ ਵਿੱਚ ਕਿੰਨੀਆਂ ਸਾਰੀਆਂ ਗਲਤੀਆਂ ਵੇਖ ਕੁਝ ਹੈਰਾਨੀ ਤੇ ਗੁੱਸੇ ਨਾਲ ਉਹਦੇ ਵੱਲ ਤੱਕ ਕੇ ਸਾਹਿਬ ਨੇ ਕਿਹਾ, ਤੇਰਾ ਧਿਆਨ ਅੱਜ ਕਿੱਧਰ ਸੀ ਕੰਮ ਕਰਦਿਆਂ? ਉਹ ਚੁੱਪ ਰਿਹਾ। 2 ਦਿਨ ਮਾੜਾ ਜਿਹਾ ਜ਼ਿਆਦਾ ਕੰਮ ਕਰਨਾ ਪੈ ਜਾਏ ਤੁਸੀਂ ਲੋਕ ਮਚਲੇ ਹੋ ਜਾਂਦੇ ਹੋ। ਅੱਗੇ ਵੀ ਤਾਂ ਹਰ ਰੋਜ਼ ਕੰਮ ਕਰਦਾ ਹੀ ਸੀ, ਪਰ ਅੱਜ ਆ ਦੇਖ। ਗਲਤ ਲਫ਼ਜ਼ਾਂ ਹੇਠ ਲਕੀਰ ਮਾਰਦਿਆਂ ਸਾਹਿਬ ਨੇ ਕਾਗਜ਼ ਉਹਦੇ ਮੂਹਰੇ ਸੁੱਟਦਿਆਂ ਆਖਿਆ। ਉਹਦਾ ਦਿਲ ਕੀਤਾ ਆਖੇ, ਸਾਹਿਬ ਮੇਰਾ ਦੋਸਤ ਮਰ ਗਿਆ, ਪਰ ਉਹ ਕੁਛ ਨਾ ਕਹਿ ਸਕਿਆ। ਮੂੰਹ ਕੀ ਦੇਖਦਾ? ਜਦ ਦੁਬਾਰਾ ਠੀਕ ਕਰਕੇ ਲਿਆ, ਸਾਹਿਬ ਨੇ ਸਖਤ ਹੋ ਕੇ ਕਿਹਾ। ਅੱਛਾ ਜਨਾਬ, ਆਖੋ। ਕਾਗਜ਼ ਲੈ ਕੇ ਟਾਈਪ ਕਰਨ ਜਾ ਲੱਗਿਆ। ਸੁਰੇਸ਼ ਮਰ ਗਿਆ ਏ। ਕਈ ਦਿਨ ਹੋਏ ਉਹਨੂੰ, ਜਿਵੇਂ ਉਹਦੇ ਵਿਚਲੇ ਕਿਸੇ ਹੋਰ ਰਵਿੰਦਰ ਨੇ ਦੱਸਿਆ। ਕਈ ਦਿਨ ਹੋ ਗਏ ਇਸ ਗੱਲ ਦੀ ਜਿਵੇਂ ਉਹਨੂੰ ਹੈਰਾਨੀ ਲੱਗੀ। ਨਹੀਂ, ਹਾਂ, ਪਰ ਹਾਂ ਸੋਚਦਿਆਂ ਉਹਨੇ ਫਿਰ ਆਪਣਾ ਧਿਆਨ ਉਸ ਪਾਸਿਓਂ ਹਟਾ ਕੇ ਟਾਈਪ ਵਾਲੇ ਕਾਗਜ਼ਾਂ ਵੱਲ ਕੀਤਾ ਤੇ ਉਹਦੀਆਂ ਉਂਗਲਾਂ ਟਾਈਪ ਮਸ਼ੀਨ ਤੇ ਮਸ਼ੀਨ ਵਾਂਗ ਚੱਲਣ ਲੱਗੀਆਂ। ਧੰਨਵਾਦ। ਅਗਲੀ ਕਹਾਣੀ। ਬੜਾ ਸਾਊ ਤੇ ਬੜਾ ਉਦਾਸ ਮਨੁੱਖ। ਦੂਰ ਡੂੰਘਾ ਜਿਹਾ ਕਿਤੇ ਬੱਦਲ ਘੋਰਿਆ। ਬੇਲਾ ਨੇ ਅਸਮਾਨ ਵੱਲ ਦੇਖਿਆ। ਘੁੰਮਣ ਘੇਰੀਆਂ ਪਾਉਂਦੀਆਂ ਇੱਲਾਂ ਦੇ ਮਗਰ ਬੱਦਲ ਚੜ੍ਹਿਆ ਆ ਰਿਹਾ ਸੀ। ਨਦੀ ਵਿੱਚ ਵੀ ਪਾਣੀ ਬਹੁਤ ਚੜ੍ਹ ਆਇਆ ਸੀ। ਸ਼ਾਇਦ ਪਹਾੜਾਂ 'ਚ ਕਿਧਰੇ ਬੜਾ ਮੀਂਹ ਪਿਆ ਸੀ। ਸ਼ਾਲ ਸਾੜੀ ਉੱਪਰ ਦੀ ਚੰਗੀ ਤਰ੍ਹਾਂ ਉੱਤੇ ਲੈ ਕੇ ਬੇਲਾ ਵਾਪਸ ਮੁੜ ਪਈ। ਤੇਜ਼ ਹਵਾ ਉਹਨੂੰ ਉਡਾਈ ਲਈ ਜਾ ਰਹੀ ਸੀ।
मींह भी उतर पिया बड़े जोर दी। बेला सारी दी सारी भिज गई। एक दो वारी तो तिलक के डिगदी डिगदी बची। आपो अपने घरां दीयां छत्तां हेठ खलोतियां लोकां ने लंघी जांदी बेला नूं देखिया। भिज के कपड़े ਉਹਦੇ जिस्म नाल चिपक गए सन। गली च वगदे मैले पानी दीयां छिट्टां बचाउंदियां बचाउंदियां भी उस उत्ते पै रहीआं। पानी पै के ਉਹਦਾ ਜੂੜਾ ਖੁੱਲ ਗਿਆ। ਭਿੱਜ ਕੇ ਆਪ ਜਿਵੇਂ ਉਹ ਸਗੋਂ ਵਧੇਰੇ ਨਿਖਰ ਗਈ ਸੀ। ਉਹ ਤੁਰੀ ਜਾਂਦੀ ਕਈਆਂ ਨੂੰ ਚੰਗੀ ਵੀ ਲੱਗੀ। ਆਖਰ ਆਲੇ ਦੁਆਲੇ ਦੇਖ ਉਹ ਇੱਕ ਬੰਦ ਦਰਵਾਜ਼ੇ ਦੇ ਅੱਗੇ ਛੱਜੇ ਹੇਠ ਖਲੋ ਗਈ। ਸੋਚਦੀ ਸੀ ਮੀਂਹ ਥੰਮ ਜਾਣ ਤੇ ਤੁਰ ਪਵਾਂਗੀ। ਦਰਵਾਜ਼ਾ ਖੁੱਲਿਆ। ਬੜੇ ਸਾਊ ਬੜੇ ਉਦਾਸ ਮਰਦ ਨੇ ਉਹਨੂੰ ਉੱਥੇ ਖੜੀ ਵੇਖ ਤਹਿਜ਼ੀਬ ਦੇ ਤਕਾਜ਼ੇ ਵਜੋਂ ਅੰਦਰ ਆ ਜਾਣ ਲਈ ਕਿਹਾ। ਤਹਿਜ਼ੀਬ ਦੇ ਤਕਾਜ਼ੇ ਵਜੋਂ ਇਨਕਾਰ ਅਯੋਗ ਸਮਝ ਉਹ ਅੰਦਰ ਆ ਗਈ, ਪਰ ਆਪਣੇ ਭਿੱਜੇ ਕੱਪੜਿਆਂ ਸਦਕਾ ਉਹ ਸੋਫੇ ਉੱਤੇ ਬੈਠਣ ਤੋਂ ਸੰਕੋਚਵਾਨ ਸੀ। ਬੈਠ ਜਾਓ, ਲੈਦਰ ਦਾ ਹੀ ਹੈ, ਕੁਝ ਨਹੀਂ ਹੋਣ ਲੱਗਿਆ ਇਹਨੂੰ। ਬੜੇ ਸਾਊ ਬੜੇ ਉਦਾਸ ਮਰਦ ਨੇ ਉਹਦੀ ਝਿਜਕ ਸਮਝਦਿਆਂ ਕਿਹਾ। ਬੇਲਾ ਉੱਪਰਿਆਂ ਵਾਂਗ ਬੈਠ ਗਈ। ਕਮਰੇ ਵਿੱਚ ਸੋਫਾ, ਕਾਲੀਨ, ਤਸਵੀਰਾਂ, ਟਾਈਮ ਪੀਸ, ਫੁੱਲਦਾਨ ਸਭ ਕੀਮਤੀ ਕਿਸਮ ਦੇ ਸਨ, ਪਰ ਸਭ ਕਾਸੇ ਉੱਤੇ ਮਿੱਟੀ ਪਈ ਹੋਈ ਸੀ। ਸ਼ਾਇਦ ਹਨੇਰੀ ਚੱਲਣ ਤੋਂ ਪਿੱਛੋਂ ਇਹਨਾਂ ਨੂੰ ਝਾੜਿਆ ਪੂੰਝਿਆ ਨਹੀਂ ਸੀ ਗਿਆ। ਬੜਾ ਕੁਰਤਾ ਮੀਂਹ ਪੈ ਰਿਹਾ, ਫਸਲਾਂ ਮੁੱਦੀਆਂ ਹੋ ਜਾਣੀਆਂ ਨੇ। ਬੜੇ ਸਾਊ ਬੜੇ ਉਦਾਸ ਬੰਦੇ ਨੇ ਖੁੱਲੀ ਪਈ ਕਿਤਾਬ ਜਿਹੜੀ ਸ਼ਾਇਦ ਉਹ ਪੜ੍ਹਦਾ ਉੱਠਿਆ ਸੀ ਬੰਦ ਕਰਦਿਆਂ ਕਿਹਾ। ਜ਼ਰੂਰ ਕਿਤੇ ਕਰੁੱਤੀ ਗਰਮੀ ਪਈ ਹੋਏਗੀ। ਆਪਣੇ ਉੱਪਰੋਂ ਭਿੱਜੇ ਹੋਏ ਸ਼ਾਲ ਨੂੰ ਲਾ ਕੇ ਸੋਫੇ ਦੀ ਬਾਈ ਤੇ ਰੱਖਦਿਆਂ ਬੇਲਾ ਬੋਲੀ, ਚਾਹ ਪੀਓਗੇ? ਨਹੀਂ ਮਿਹਰਬਾਨੀ, ਹੁਣੇ ਮੀਂਹ ਥੰਮੇ ਤੋਂ ਚਲੀ ਜਾਵਾਂਗੀ। ਹਾਂ ਚਲੇ ਜਾਣਾ, ਤੁਹਾਡੇ ਘਰ ਦੇ ਉਡੀਕਦੇ ਹੋਣਗੇ। ਅੰਗੀਠੀ 'ਚ ਬੁੱਝ ਚੁੱਕੀ ਅੱਗ ਵੱਲ ਤੱਕਦਿਆਂ ਬੜੇ ਸਾਊ ਬੜੇ ਉਦਾਸ ਮਰਦ ਨੇ ਕਿਹਾ। ਨਹੀਂ ਉਡੀਕਦਾ ਤਾਂ ਕੋਈ ਨਹੀਂ, ਨਾ ਹੀ ਇੱਥੇ ਕੋਈ ਮੇਰਾ ਘਰ ਹੈ। ਮੈਂ ਤਾਂ ਹੋਸਟਲ 'ਚ ਪੜ੍ਹਦੀ ਹਾਂ, ਮੈਂ ਤਾਂ ਹੋਸਟਲ 'ਚ ਰਹਿੰਦੀ ਹਾਂ। ਪੜ੍ਹਾਉਂਦੇ ਹੋ? ਹਾਂ। ਘੱਟ ਤੋਂ ਘੱਟ ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਔਰਤਾਂ ਕੰਮ ਕਰਨ। ਸਾਰਾ ਔਰਤਪਨ ਹੀ ਮਾਰਿਆ ਜਾਂਦਾ ਹੈ। ਮੈਨੂੰ ਉਹ ਬੰਦੇ ਸਗੋਂ ਚੰਗੇ ਲੱਗਦੇ ਨੇ ਜੋ ਹਰ ਗੱਲ ਸਾਫ਼-ਸਾਫ਼ ਕਹਿ ਦੇਣ। ਇਸ ਤਰ੍ਹਾਂ ਜ਼ਿੰਦਗੀ ਕਿੱਡੀ ਸਰਲ ਹੋ ਸਕਦੀ ਹੈ। ਔਰਤਾਂ ਦਾ ਕੀ ਪਤਾ ਹੁੰਦਾ ਬਾਬਾ, ਮਿੰਟਾਂ 'ਚ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਣ ਲੱਗ ਜਾਂਦੀ ਹੈ, ਮਿੰਟਾਂ 'ਚ ਮਾੜੀ। ਇਹਦਾ ਮਤਲਬ ਹੈ ਕਿਸੇ ਵੀ ਔਰਤ ਨੂੰ ਜਿੱਤਣਾ ਜਾਂ ਹਾਰਨਾ ਕਿੱਡੀ ਸੌਖੀ ਗੱਲ ਹੈ। ਬੇਲਾ ਨੇ ਆਪਣੇ ਠਰੇ ਜਾ ਰਹੇ ਹੱਥਾਂ ਦੀਆਂ ਮੁੱਠੀਆਂ ਮੀਚਦਿਆਂ ਕਿਹਾ। ਇੱਥੇ ਤੁਹਾਡਾ ਘਰ ਨਾ ਸੀ, ਇੱਥੇ ਤੁਹਾਨੂੰ ਕੋਈ ਉਡੀਕਦਾ ਬੇਸ਼ੱਕ ਨਾ ਹੋਵੇ, ਕਦੇ ਤਾਂ ਕੋਈ ਉਡੀਕਦਾ ਹੋਏਗਾ। ਕੇਤਲੀ 'ਚ ਪਾਣੀ ਪਾ ਕੇ ਸਵਿੱਚ ਲਾ ਕੇ ਉਸ ਬੜੇ ਸਾਊ ਤੇ ਬੜੇ ਉਦਾਸ ਬੰਦੇ ਨੇ ਇੱਕ ਲੁਕਵੀਂ ਖਿੱਝ ਨਾਲ ਕਿਹਾ। ਸਾਰੇ ਲੋਕੀ ਐਡੇ ਖੁਸ਼ਕਿਸਮਤ ਨਹੀਂ ਹੁੰਦੇ। ਤਾਂ ਫਿਰ ਉਹ ਕਿੱਥੇ ਗਿਆ? ਬੜੇ ਸਾਊ ਬੜੇ ਉਦਾਸ ਬੰਦੇ ਨੇ ਪੁੱਛਿਆ, ਜਿਵੇਂ ਉਹਨੂੰ ਯਕੀਨ ਹੋਵੇ ਕਿ ਜਿੱਥੇ ਵੀ ਬਿਜਲੀ ਲਿਸ਼ਕਦੀ ਹੈ ਬੱਦਲ ਹੁੰਦਾ ਹੈ। ਪਤਾ ਨਹੀਂ ਕਿੱਥੇ ਹੈ, ਪਰ ਜੇ ਹੁਣ ਕੋਲ ਵੀ ਹੋਵੇ ਤਾਂ ਪਹਿਚਾਣ ਨਹੀਂ ਆਏਗੀ। ਕਦੇ ਕੋਈ ਕਿਸੇ ਨੂੰ ਇਉਂ ਵੀ ਭੁੱਲ ਜਾਂਦਾ ਹੁੰਦਾ ਹੈ। ਨਹੀਂ ਇਹ ਠੀਕ ਨਹੀਂ। ਜੇ ਠੀਕ ਹੁੰਦਾ ਤਾਂ ਮੈਂ ਇਹਨੂੰ ਕਦੋਂ ਦਾ ਭੁੱਲ ਗਿਆ ਹੁੰਦਾ। ਬੜੇ ਸਾਊ ਬੜੇ ਉਦਾਸ ਮਰਦ ਨੇ ਕਾਰਨਸ ਉੱਤੇ ਪਈ ਇੱਕ ਕੁੜੀ ਦੀ ਤਸਵੀਰ ਵੱਲ ਹੱਥ ਕਰਕੇ ਆਖਿਆ। ਕਿਸੇ ਨੂੰ ਭੁਲਾਉਣ ਦੀ ਕੋਸ਼ਿਸ਼ ਦੀ ਸੂਲੀ ਵਰਗੀ ਘੜੀ ਜਦੋਂ ਤੁਹਾਡੇ ਵਿੱਚੋਂ ਦੀ ਹੋ ਕੇ ਲੰਘਦੀ ਹੈ ਜਾਂ ਜਦੋਂ ਤੁਸੀਂ ਇਹਦੇ ਵਿੱਚੋਂ ਦੀ ਲੰਘਦੇ ਹੋ, ਬਹੁਤ ਕੁਝ ਉਸ ਘੜੀ ਦੇ ਵਿੱਚ ਹੀ ਮਰ ਮਿਟ ਜਾਂਦਾ ਹੈ। ਕਈ ਵਾਰੀ ਤੁਸੀਂ ਆਪ ਵੀ ਮਰ ਮਿਟ ਜਾਂਦੇ ਹੋ। ਮਰ ਮਿਟ ਜਾਣ ਦੇ ਇਸ ਡਰ ਦੇ ਕਾਰਨ ਬੜੀ ਵਾਰੀ ਤੁਸੀਂ ਉਸ ਘੜੀ ਨੂੰ ਟਾਲੀ ਜਾਂਦੇ ਹੋ। ਬੇਲਾ ਨੇ ਡੂੰਘਾ ਸਾਹ ਭਰ ਕੇ ਕਿਹਾ। ਨਹੀਂ ਇਹ ਠੀਕ ਨਹੀਂ। ਕਿਸੇ ਨੂੰ ਭੁੱਲ ਜਾਣਾ ਤਾਂ ਬੇਵਫਾਈ ਹੁੰਦੀ ਹੈ। ਰਿੱਝਦੇ ਪਾਣੀ ਦੀ ਕੇਤਲੀ ਵੱਲ ਤੱਕਦਿਆਂ ਬੜਾ ਸਾਊ ਬੜਾ ਉਦਾਸ ਮਨੁੱਖ ਬੋਲਿਆ। ਕਿਸੇ ਦੀ ਯਾਦ ਦੇ ਸੁੱਖ ਤੋਂ ਵੀ ਆਪਣੇ ਆਪ ਨੂੰ ਵਿਰਵਾ ਕਰ ਲੈਣਾ ਬੇਵਫਾਈ ਨਹੀਂ, ਬੇਇਨਸਾਫੀ ਹੈ। ਕਿਸੇ ਨਾਲ ਨਹੀਂ, ਆਪਣੇ ਆਪ ਨਾਲ। ਮੇਰਾ ਮਤਲਬ ਤੁਸੀਂ ਸਮਝੇ ਨਹੀਂ। ਕਿਸੇ ਗੱਲ ਦਾ ਵੀ ਕੋਈ ਮਤਲਬ ਨਹੀਂ ਹੁੰਦਾ, ਉਹੀ ਹੁੰਦਾ ਜੋ ਅਸੀਂ ਸਮਝੀਏ। ਇਹ ਤਾਂ ਇੱਕ ਬੜੀ ਫਜ਼ੂਲ ਜਿਹੀ ਗੱਲ ਹੈ। ਕੀ ਇਹ ਫਜ਼ੂਲ ਗੱਲ ਨਹੀਂ ਕਿ ਅਸੀਂ ਕਿਸੇ ਨੂੰ ਕਿਸੇ ਲਈ ਨਹੀਂ, ਆਪਣੇ ਆਪ ਲਈ ਯਾਦ ਕਰਦੇ ਹਾਂ? ਪਾਣੀ ਉਬਲ ਗਿਆ, ਬੇਲਾ ਨੇ ਕੇਤਲੀ ਵੱਲ ਇਸ਼ਾਰਾ ਕਰਕੇ ਕਿਹਾ। ਬੜੇ ਸਾਊ ਤੇ ਬੜੇ ਉਦਾਸ ਮਨੁੱਖ ਨੇ ਉੱਠ ਕੇ ਅਲਮਾਰੀ 'ਚੋਂ 2 ਪਲੇਟ ਪਿਆਲੀਆਂ ਮੇਜ਼ ਤੇ ਲਿਆ ਰੱਖੀਆਂ। ਸੁੱਕੇ ਦੁੱਧ ਦਾ ਡੱਬਾ ਕੱਢਿਆ, ਨਵੇਂ ਚਮਚੇ ਰੱਖੇ, ਖੰਡਦਾਨੀ 'ਚ ਖੰਡ ਪਾ ਕੇ ਲਿਆਂਦੀ। ਤੁਸੀਂ ਪਹਿਲੀ ਇਸਤਰੀ ਹੋ ਜੋ ਉਹਦੇ ਚਲੀ ਜਾਣ ਮਗਰੋਂ ਇਸ ਘਰ ਵਿੱਚ ਆਏ ਹੋ, ਸ਼ਾਇਦ ਆਖਰੀ ਇਸਤਰੀ ਹੋਵੋ। ਮੈਂ ਤਾਂ ਕਦੇ ਕਿਸੇ ਨੂੰ ਇਉਂ ਬਾਰ ਨਹੀਂ ਖੋਲ੍ਹਦਾ। ਇਹ ਤਾਂ ਮੈਂ ਅਚਾਨਕ ਬਾਰ ਖੋਲ੍ਹਿਆ ਤੇ ਤੁਸੀਂ ਅੱਗੇ ਖੜੇ ਸੀ। ਤੁਸੀਂ ਫਿਰ ਨਹੀਂ ਸੀ ਆਖਣਾ ਅੰਦਰ ਆਉਣ ਲਈ?
ਕੋਈ ਨਹੀਂ, ਤੁਸੀਂ ਹੋਰ 2 ਘੜੀ ਨੂੰ ਚਲੇ ਹੀ ਜਾਣਾ। ਹੁਣ ਜਾਣ ਪਹਿਚਾਣ ਜੋ ਹੋ ਗਈ ਹੈ, ਮੈਂ ਫਿਰ ਵੀ ਤਾਂ ਆ ਸਕਦੀ ਹਾਂ। ਬੇਲਾ ਨੇ ਹੱਸ ਕੇ ਕਿਹਾ। ਕੀ ਗੱਲ, ਠੰਡ ਲੱਗ ਰਹੀ ਹੈ? ਮੈਂ ਹੁਣੇ ਗਰਮ ਗਰਮ ਚਾਹ ਬਣਾ ਕੇ ਦੇਣਾ। ਮੈਂ ਵੀ ਕਿੱਡਾ ਬੁੱਧੂ ਆਂ, ਗੱਲਾਂ 'ਚ ਹੀ ਲੱਗਿਆ ਰਿਹਾ। ਬੜਾ ਸਾਊ ਤੇ ਬੜਾ ਉਦਾਸ ਮਨੁੱਖ ਉੱਠ ਕੇ ਚਾਹ ਬਣਾਉਣ ਲੱਗਿਆ, ਪਰ ਚਾਹ ਪੱਤੀ ਵਾਲਾ ਡੱਬਾ ਤਾਂ ਖਾਲੀ ਪਿਆ ਸੀ। ਕੋਈ ਗੱਲ ਨਹੀਂ, ਰਹਿਣ ਦਿਓ, ਬੇਲਾ ਨੇ ਬੜੇ ਸਾਊ ਤੇ ਬੜੇ ਉਦਾਸ ਮਨੁੱਖ ਦੀ ਮਜਬੂਰੀ ਨੂੰ ਸਮਝਦਿਆਂ ਕਿਹਾ। ਉਹਦੀ ਜ਼ਿੰਦਗੀ 'ਚੋਂ ਚਲੀ ਜਾਣ ਮਗਰੋਂ ਸਭ ਕੁਝ ਹੀ ਉਲਟ ਪੁਲਟ ਹੋ ਗਿਆ। ਕਦੇ ਕੁਝ ਯਾਦ ਨਹੀਂ ਰਹਿੰਦਾ। ਪਰ ਕੋਈ ਵੀ ਕੁੜੀ ਐਡੀ ਕੀਮਤੀ ਨਹੀਂ ਹੁੰਦੀ ਜਿਹਨੂੰ ਯਾਦ ਰੱਖਦੇ ਤੁਸੀਂ ਖੁਦ ਨੂੰ ਭੁੱਲ ਜਾਓ। ਕਿਸੇ ਨੂੰ ਯਾਦ ਰੱਖਣਾ ਜਾਂ ਭੁੱਲ ਜਾਣਾ ਆਪਣੇ ਵੱਸ ਦੀ ਗੱਲ ਥੋੜਾ ਹੁੰਦੀ ਹੈ। ਸਵਿਚ ਆਫ ਕਰ ਦਿਓ, ਪਾਣੀ ਖਾਮ ਖਾ ਖੋਲ ਰਿਹਾ। ਹੁਣ ਤਾਂ ਉਹ ਵੀ ਆਪਣੀ ਗਲਤੀ ਮਹਿਸੂਸ ਕਰਦੀ ਹੈ। ਮੇਰੇ ਜਿੰਨਾ ਪਿਆਰ ਉਹਦਾ ਦੁਕਾਨਦਾਰ ਪਤੀ ਕਿੱਥੋਂ ਕਰ ਸਕਦਾ ਹੈ? ਪਰ ਉਹਨੇ ਕਿਸੇ ਦੁਕਾਨਦਾਰ ਨਾਲ ਵਿਆਹ ਕਾਹਦੇ ਲਈ ਕਰ ਲਿਆ? ਮਾਫ ਕਰਨਾ, ਸਵਾਲ ਜ਼ਾਤੀ ਹੈ, ਪਰ 2 ਅਜਨਬੀ ਜ਼ਾਤੀ ਗੱਲਾਂ ਵੀ ਕਰ ਲੈਣ ਤਾਂ ਕੋਈ ਹਰਜ ਨਹੀਂ ਹੁੰਦਾ। ਉਹਨੂੰ ਵਹਿਮ ਹੋ ਗਿਆ ਸੀ ਕਿ ਮੇਰੀ ਕਿਸੇ ਹੋਰ ਕੁੜੀ ਨਾਲ ਦੋਸਤੀ ਹੈ। ਤੁਸੀਂ ਇਹ ਵਹਿਮ ਖਤਮ ਕਰ ਦਿੱਤਾ ਤੇ ਹੁਣ ਗਲਤੀ ਮਹਿਸੂਸ ਕਰ ਰਹੀ ਹੈ ਨਾ? ਪਰ ਇਸ ਭਰਮ ਦੇ ਸਹਾਰੇ ਸ਼ਾਇਦ ਉਹਦੇ ਦਿਨ ਸੌਖੇ ਲੰਘ ਜਾਂਦੇ। ਕਿਹੋ ਜਿਹਾ ਤੁਹਾਡਾ ਪਿਆਰ ਹੈ ਕਿ ਉਹਦੀ ਕਿਸੇ ਔਖ ਸੌਖ ਦੀ ਵੀ ਤੁਹਾਨੂੰ ਪਰਵਾਹ ਨਹੀਂ। ਇਹ ਸਭ ਉਹਦੀ ਆਪਣੀ ਕਰਨੀ ਹੈ। ਬੜੇ ਸਾਊ ਤੇ ਬੜੇ ਉਦਾਸ ਮਨੁੱਖ ਨੇ ਖੜੇ ਹੁੰਦਿਆਂ ਕਿਹਾ। ਸਾਰੀ ਦੁਨੀਆ ਉਸ ਨਾਲ ਉਹਦੀਆਂ ਕਰਨੀਆਂ ਅਨੁਸਾਰ ਹੀ ਵਰਤਦੀ ਹੈ, ਪਰ ਤੁਸੀਂ ਉਹਨੂੰ ਪਿਆਰ ਕਰਦੇ ਹੋ। ਮੈਂ? ਹਾਂ, ਨਹੀਂ, ਆਹੋ ਤੇ ਹਾਂ, ਬਸ। ਇਉਂ ਬੜਾ ਸਾਊ ਤੇ ਬੜਾ ਉਦਾਸ ਮਨੁੱਖ ਕੋਲ ਬੈਠੀ ਬੇਲਾ ਨਾਲ ਉਸ ਤੁਰ ਗਈ ਦੀਆਂ ਗੱਲਾਂ ਕਰਦਾ ਰਿਹਾ। ਦਿਨ ਢਲ ਗਿਆ, ਦਿਨ ਛਿਪ ਗਿਆ, ਰਾਤ ਉਤਰ ਆਈ, ਰਾਤ ਡੂੰਘੀ ਹੋ ਗਈ, ਰਾਤ ਅੱਧੀ ਤੋਂ ਉੱਤੇ ਟੱਪ ਗਈ। ਉਹ ਬੜੀ ਦੇਰ ਹੋ ਗਈ। ਬੜੇ ਸਾਊ ਤੇ ਬੜੇ ਉਦਾਸ ਮਨੁੱਖ ਨੇ ਆਪਣੀ ਘੜੀ ਵੱਲ ਦੇਖ ਕੇ ਕਿਹਾ। ਤੁਹਾਡੇ ਕੋਲ ਬੈਠਿਆਂ ਵਕਤ ਦਾ ਪਤਾ ਹੀ ਨਹੀਂ ਲੱਗਿਆ। ਬੇਲਾ ਨੇ ਆਪਣੇ ਗਿੱਲੇ ਵਾਲਾਂ 'ਚ ਉਂਗਲੀ ਫੇਰਦੇ ਮੁਸਕਰਾ ਕੇ ਕਿਹਾ। ਤੁਹਾਨੂੰ ਤਾਂ ਭੁੱਖ ਵੀ ਲੱਗੀ ਹੋਣੀ ਹੈ, ਪਰ ਹੁਣ ਤੱਕ ਤਾਂ ਉਹ ਹੋਟਲ ਵੀ ਬੰਦ ਹੋ ਚੁੱਕਿਆ ਹੋਏਗਾ ਜਿੱਥੋਂ ਮੈਂ ਰੋਟੀ ਖਾਂਦਾ। ਨਹੀਂ, ਭੁੱਖਿਆਂ ਰਹਿ ਲੈਣ ਦੀ ਮੈਨੂੰ ਆਦਤ ਹੈ। ਤੁਹਾਨੂੰ ਡਰ ਨਹੀਂ ਲੱਗ ਰਿਹਾ ਕਿ ਏਡੀ ਰਾਤ ਗਈ, ਉਹ ਵੀ ਝੜੀ ਦੀ ਰਾਤ, ਤੁਸੀਂ ਇੱਕ ਬੇਗਾਨੇ ਆਦਮੀ ਦੇ ਕੋਲ ਇਕੱਲੇ ਬੈਠੇ ਹੋ? ਬਹੁਤ ਸਾਊ ਤੇ ਬਹੁਤ ਉਦਾਸ ਮਰਦ ਨੇ ਬੇਲਾ ਤੋਂ ਇਉਂ ਪੁੱਛਿਆ ਜਿਵੇਂ ਇਸ ਗੱਲੋਂ ਉਹ ਆਪ ਡਰ ਰਿਹਾ ਹੋਵੇ। ਜੇ ਸਾਰੀ ਦੁਨੀਆ ਹੀ ਬੇਗਾਨੀ ਹੋਵੇ ਤਾਂ ਕਿਸੇ ਇੱਕ ਬੇਗਾਨੇ ਤੋਂ ਡਰ ਨਹੀਂ ਲੱਗਦਾ। ਪਰ ਕੀ ਤੁਸੀਂ ਬੇਗਾਨੇ ਹੋ? ਬੇਲਾ ਨੇ ਉਹ ਗਿੱਲੀ ਸ਼ਾਲ ਆਪਣੇ ਉੱਤੇ ਲੈਂਦਿਆਂ ਪੁੱਛਿਆ। ਓਹ, ਤੁਹਾਡੇ ਤਾਂ ਕੱਪੜੇ ਵੀ ਗਿੱਲੇ ਸੀ। ਤੁਹਾਨੂੰ ਤਾਂ ਬੜੀ ਠੰਡ ਲੱਗ ਰਹੀ ਹੋਣੀ ਹੈ। ਤੁਹਾਡੇ ਕੋਲ ਬੈਠਿਆਂ ਖਿਆਲ ਹੀ ਨਹੀਂ ਸੀ ਰਿਹਾ, ਸ਼ਾਇਦ ਠੰਡ ਵੀ ਨਹੀਂ ਲੱਗੀ। ਮੇਰਾ ਮਨ ਕਰਦਾ ਮੈਨੂੰ ਕਦੇ ਤੁਹਾਡਾ ਉਹ ਮਿਲ ਪਵੇ ਤੇ ਮੈਂ ਉਹਨੂੰ ਦੱਸਾਂ ਤੁਸੀਂ ਕਿੰਨੇ ਚੰਗੇ ਹੋ। ਬਹੁਤ ਸਾਊ ਤੇ ਬਹੁਤ ਉਦਾਸ ਮਨੁੱਖ ਨੇ ਬੇਲਾ ਵੱਲ ਧਿਆਨ ਨਾਲ ਦੇਖ ਕੇ ਕਿਹਾ। ਜ਼ਿੰਦਗੀ 'ਚ ਇੰਨਾ ਵਕਤ ਕਿੱਥੇ ਹੁੰਦਾ ਜਿਹੜਾ ਕਿਧਰੇ ਖੋ ਗਿਆ ਉਹਨੂੰ ਟੋਲਿਆ ਜਾਵੇ। ਜਿਹੜਾ ਖੋ ਗਿਆ ਉਹਨੇ ਸ਼ਾਇਦ ਖੋ ਹੀ ਜਾਣਾ ਸੀ। ਨਾ ਜਾਣੇ ਕਿੰਨੇ ਯੋਜਨ, ਕਿੰਨੇ ਯੁੱਗ, ਕਿੰਨੇ ਜਨਮ ਉਹ ਗਾਂਹ ਪਿਛਾਂ ਹੋ ਗਿਆ। ਉਹਨੂੰ ਟੋਲਣਾ ਬੇਕਾਰ ਹੈ। ਜੇ ਮਿਲ ਵੀ ਜਾਵੇ ਤੁਸੀਂ ਉਹਨੂੰ ਪਹਿਚਾਣਦੇ ਨਹੀਂ। ਚਲੋ ਮੈਂ ਹੋਸਟਲ ਤੱਕ ਛੱਡ ਆਉਣਾ, ਰਾਤ ਬੜੀ ਹੋ ਗਈ ਹੈ। ਹਾਂ, ਬੜੀ ਰਾਤ ਹੋ ਗਈ ਹੈ, ਆਖ ਬੇਲਾ ਆਪਣੀ ਗਿੱਲੀ ਸਾੜੀ ਦਾ ਹੀ ਪੱਲਾ ਸਿਰ ਉੱਤੇ ਕਰਕੇ ਉੱਠ ਖੜੀ ਹੋਈ। ਹੋਸਟਲ ਦੇ ਦਰਵਾਜ਼ੇ ਉੱਤੇ ਪਹੁੰਚ ਕੇ ਬੇਲਾ ਨੇ ਉਸ ਬੜੇ ਸਾਊ ਤੇ ਬੜੇ ਉਦਾਸ ਮਨੁੱਖ ਦਾ ਧੰਨਵਾਦ ਕੀਤਾ, ਵਿਦਾ ਲਈ ਤੇ ਕਿਹਾ, ਤੁਸੀਂ ਦੁਆ ਕਰਿਆ ਕਰੋ। ਜੇ ਕੋਈ ਹਨੇਰੇ 'ਚ ਦੇਖ ਸਕਦਾ ਤਾਂ ਦੇਖਦਾ। ਬੇਲਾ ਦੀਆਂ ਅੱਖਾਂ ਦੇ ਕੋਇਆਂ 'ਚ ਪਾਣੀ ਸਿਮ ਆਇਆ ਸੀ। ਬੜੇ ਸਾਊ ਤੇ ਬੜੇ ਉਦਾਸ ਮਨੁੱਖ ਨੂੰ ਆਪਣੇ ਘਰ ਪਹੁੰਚ ਕੇ ਖਿਆਲ ਆਇਆ, ਮੈਂ ਉਹਦਾ ਨਾਮ ਵੀ ਨਹੀਂ ਪੁੱਛਿਆ। ਗਿੱਲੇ ਕੱਪੜੇ ਲਾ ਕੇ, ਸੁੱਕੇ ਪਾ ਕੇ ਜਦੋਂ ਬੇਲਾ ਆਪਣੇ ਬਿਸਤਰੇ 'ਚ ਪਈ ਤਾਂ ਠੰਡ ਨੂੰ ਉੱਕਾ ਹੀ ਨਹੀਂ ਸੀ ਲੱਗ ਰਹੀ, ਸਗੋਂ ਉਹਦਾ ਪਿੰਡਾ ਤਾਂ ਤਪ ਰਿਹਾ ਸੀ। ਉਹਨੂੰ ਬੁਖਾਰ ਹੋ ਗਿਆ ਸੀ। ਅਗਲੇ ਦਿਨ ਬੁਖਾਰ ਦੇ ਨਾਲ ਛਾਤੀ 'ਚ ਦਰਦ ਵੀ ਹੋਣ ਲੱਗ ਪਿਆ ਸੀ। ਆਲੇ ਦੁਆਲੇ ਦੇ ਲੋਕ ਆਖ ਰਹੇ ਸਨ ਕਿ ਜਿਸ ਰਾਤ ਝੱਖੜ ਚੱਲਿਆ ਸੀ, ਮੀਂਹ ਵਰਿਆ ਸੀ, ਖਬਰ ਨਹੀਂ ਕਿੱਥੋਂ ਏਡੀ ਰਾਤ ਗਈ ਉਹ ਆਈ ਸੀ ਕਿ ਠੰਡ ਵੀ ਲਵਾ ਲਈ ਸੀ ਤੇ ਨਮੋਨੀਆ ਹੋ ਗਿਆ ਸੀ। ਇਸ ਠੰਡ ਤੇ ਇਸ ਨਮੋਨੀਏ ਨਾਲ ਹੀ ਉਹ ਕੁਝ ਦਿਨਾਂ ਮਗਰੋਂ ਮਰ ਗਈ। ਬੜੇ ਸਾਊ ਤੇ ਬੜੇ ਉਦਾਸ ਮਨੁੱਖ ਨੂੰ ਜਿਹਦਾ ਨਾਂ ਵੀ ਨਹੀਂ ਸੀ ਪਤਾ। ਧੰਨਵਾਦ। ਅਗਲੀ ਕਹਾਣੀ, ਮੂਰਖ। ਮੈਂ ਇੱਕ ਕਾਲਜ ਵਿੱਚ MA ਦੀਆਂ ਜਮਾਤਾਂ ਨੂੰ ਪੜ੍ਹਾਉਂਦੀ ਹਾਂ। ਇੱਕ ਦਿਨ ਨਵਤੇਜ ਇੱਕ ਪੁਰਾਣਾ ਵਿਦਿਆਰਥੀ ਆਇਆ। ਸੁਣਾ ਓਏ ਪਟ ਬੀਜਣੇ, ਮੈਂ ਆਖਿਆ। ਜਦੋਂ ਪੜ੍ਹਦਾ ਹੁੰਦਾ ਸੀ ਮੈਂ ਉਹਦਾ ਨਾਂ ਪਟ ਬੀਜਣਾ ਰੱਖ ਦਿੱਤਾ ਸੀ, ਇਸ ਕਰਕੇ ਕਿ ਉਹਦੀਆਂ ਅੱਖਾਂ ਵਿੱਚ, ਉਹਦੀਆਂ ਗੱਲਾਂ ਵਿੱਚ ਇੱਕ ਅਜੀਬ ਕਿਸਮ ਦੀ ਚਮਕ ਹੁੰਦੀ ਸੀ। ਉਹ ਆਪਣੀ ਜਮਾਤ ਵਿੱਚ ਸਭ ਤੋਂ ਲਾਇਕ ਹੁੰਦਾ ਸੀ।
ਠੀਕ ਹੈ ਮੈਡਮ ਜੀ, ਕੱਲ ਨੂੰ ਇੰਟਰਵਿਊ ਹੈ ਆਪਣੇ ਹੀ ਕਾਲਜ, ਫਿਰ ਤੇ ਕੱਲ ਤੋਂ ਆਪਾਂ ਪੱਟ ਬੀਜਣੇ ਤੋਂ ਪ੍ਰੋਫੈਸਰ ਬਣ ਜਾਾਂਗੇ। ਕੀ ਪਤਾ ਹੈ, ਉਹ ਜ਼ਰਾ ਕੁ ਉਦਾਸ ਹੋ ਕੇ ਬੋਲਿਆ। ਪ੍ਰਿੰਸੀਪਲ ਨੇ ਬੈਸਟ ਸਟੂਡੈਂਟ ਦਾ ਆਪ ਸਰਟੀਫਿਕੇਟ ਦਿੱਤਾ ਸੀ, ਏਡੀ ਛੇਤੀ ਭੁੱਲ ਥੋੜੇ ਜਾਊਗਾ, ਨਾਲੇ ਨੰਬਰ ਵੀ ਤਾਂ ਤੇਰੇ ਸਭ ਤੋਂ ਵੱਧ ਨੇ। ਤੁਸੀਂ ਆਖ ਨਹੀਂ ਦਿਓਗੇ ਪ੍ਰਿੰਸੀਪਲ ਨੂੰ? ਕਮਾਲ ਕਰਨਾ ਹੈ, ਤੇਰੇ ਕੇਸ 'ਚ ਸਿਫਾਰਿਸ਼ ਦੀ ਭਲਾ ਕੀ ਲੋੜ ਹੈ, ਨਾਲੇ ਮੈਂ ਉਂਝ ਵੀ ਸਿਫਾਰਿਸ਼ਾਂ ਦੇ ਹੱਕ 'ਚ ਨਹੀਂ। ਤੁਸੀਂ ਸਿਰਫ ਇੰਨਾ ਹੀ ਆਖ ਦਿਓ ਵੀ ਫੈਸਲਾ ਮੈਰਿਟ ਉੱਤੇ ਕੀਤਾ ਜਾਏ। ਇਹ ਆਖਣ ਦਾ ਮਤਲਬ ਹੈ ਸਾਨੂੰ ਸ਼ੱਕ ਹੈ ਕਿ ਫੈਸਲਾ ਮੈਰਿਟ ਉੱਤੇ ਨਹੀਂ ਕਰੇਗਾ। ਮੇਰਾ ਖਿਆਲ ਹੈ ਪ੍ਰਿੰਸੀਪਲ ਅਜਿਹਾ ਨਹੀਂ, ਉਹ ਤਾਂ ਬੜਾ ਪੂਜਾ ਪਾਠ ਕਰਨ ਵਾਲਾ ਬੰਦਾ ਹੈ, ਨਾਲੇ ਨਿਤ ਭਾਸ਼ਣਾਂ ਵਿੱਚ ਤਾਂ ਉਹ ਇਹੀ ਕਹਿੰਦਾ ਹੈ। ਪਲੀਜ਼ ਮੈਡਮ ਜੀ, ਤੁਸੀਂ ਇਹ ਗੱਲਾਂ ਛੱਡੋ, ਮੇਰੀ ਖਾਤਰ ਆਖ ਹੀ ਦਿਓ, ਨਹੀਂ ਤਾਂ ਕੰਮ ਨਹੀਂ ਬਣਨਾ। ਟੈਂਪਰੇਰੀ ਤਾਂ ਸਾਰੀ ਪੋਸਟ ਹੈ, ਉਹ ਜਿਹੜਾ ਹੋਣ ਲੱਗ ਗਿਆ, ਇੱਕ ਤਾਂ ਉਹਦਾ ਪੜ੍ਹਾਉਣ ਦਾ ਤਜਰਬਾ ਹੋ ਜਾਏਗਾ, ਦੂਜਾ ਉਹਦਾ ਇਸ ਥਾਂ ਲਈ ਥੋੜਾ ਬਹੁਤ ਹੱਕ ਬਣ ਜਾਂਦਾ ਹੈ। ਤੂੰ ਆਖਦਾ ਤਾਂ ਜਾ ਹੁੰਦੀ ਹੈ, ਮੈਨੂੰ ਬਹੁਤੀ ਲੋੜ ਤਾਂ ਨਹੀਂ ਲੱਗਦੀ। ਚਾਹ ਪੀ ਕੇ ਪ੍ਰਿੰਸੀਪਲ ਵੱਲ ਚਲੀ ਜਾਂਦੀ ਹਾਂ। ਸੁਣਾਓ ਕਿਵੇਂ ਆਈ? ਪ੍ਰਿੰਸੀਪਲ ਜ਼ਰਾ ਰੁੱਖੀ ਆਵਾਜ਼ 'ਚ ਪੁੱਛਦਾ ਹੈ। ਕੱਲ ਇੰਟਰਵਿਊ ਹੈ ਨਾ, ਪਰ ਮੈਂ ਕਦੇ ਸਿਫਾਰਿਸ਼ ਸੁਣਨ ਲਈ ਤਿਆਰ ਨਹੀਂ ਹੁੰਦਾ। ਉਹ ਵਿੱਚੋਂ ਹੀ ਗੱਲ ਟੋਕ ਕੇ ਆਖਦਾ, ਮੈਂ ਤਾਂ ਸਿਰਫ ਇੰਨਾ ਆਖਣ ਆਈ ਹਾਂ ਕਿ ਫੈਸਲਾ ਮੈਰਿਟ ਉੱਤੇ ਹੀ ਕਰਨਾ। ਉਹ ਤਾਂ ਹਮੇਸ਼ਾ ਹੀ ਕਰਦਾ। ਮੈਂ ਤੁਹਾਨੂੰ ਅੱਗੇ ਲਈ ਵੀ ਦੱਸਦਾ ਕਿ ਸਿਫਾਰਿਸ਼ ਠੀਕ ਨਹੀਂ ਹੁੰਦੀ। ਉਹ ਐਡਾ ਰੁੱਖਾ ਹੋ ਕੇ ਆਖਦਾ ਹੈ ਕਿ ਮੈਂ ਸੋਚਦੀ ਹਾਂ ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਉਸੇ ਵੇਲੇ ਟੈਲੀਫੋਨ ਦੀ ਘੰਟੀ ਖੜਕੀ। ਹੈਲੋ, ਜੀ ਹਾਂ ਪ੍ਰਿੰਸੀਪਲ, ਉਹਨੇ ਉਸੇ ਤਰ੍ਹਾਂ ਤਿਉੜੀਆਂ ਪਾ ਕੇ ਰੁੱਖੀ ਆਵਾਜ਼ 'ਚ ਆਖਿਆ। ਫਿਰ ਪਤਾ ਨਹੀਂ ਅੱਗੋਂ ਅਗਲੇ ਨੇ ਕੀ ਆਖਿਆ ਕਿ ਪ੍ਰਿੰਸੀਪਲ ਦੀਆਂ ਤਿਉੜੀਆਂ ਮਿਟ ਗਈਆਂ। ਉਹ ਹੱਸ-ਹੱਸ ਗੱਲਾਂ ਕਰਨ ਲੱਗ ਪਿਆ। ਉਧਰਲੀ ਗੱਲ ਤਾਂ ਮੈਨੂੰ ਕੋਈ ਨਹੀਂ ਸੀ ਸੁਣ ਰਹੀ, ਇੱਧਰੋਂ ਪ੍ਰਿੰਸੀਪਲ ਕਹਿੰਦਾ ਸੁਣਾਈ ਦਿੱਤਾ, ਅੱਛਾ ਜੀ ਠੀਕ ਹੈ, ਅੱਛਾ ਸ਼ਾਮ ਨੂੰ ਭੇਜ ਦੇਣਾ, ਮੈਂ ਸਮਝਾ ਦਿਆਂਗਾ। ਪਰਸੋਂ ਫਿਰ ਮੈਂ ਆਵਾਂਗਾ ਤੁਹਾਡੇ ਕੋਲ, ਦਫ਼ਤਰ ਹੀ ਹੋਊਗੇ ਨਾ? ਅੱਛਾ ਜੀ, ਥੈਂਕ ਯੂ। ਮੈਂ ਸੋਚਿਆ ਖਬਰੇ ਉਹ ਕਿਸੇ ਵਿਦਿਆਰਥੀ ਦੇ ਮਾਂ-ਬਾਪ ਨਾਲ ਗੱਲ ਕਰ ਰਿਹਾ ਹੈ, ਜਿਹਨੇ ਕੋਈ ਸ਼ਰਾਰਤ ਕੀਤੀ ਹੋਵੇ। ਕਹਿੰਦਾ ਜੋ ਸੀ ਸਮਝਾ ਦਿਆਂਗਾ, ਆਵਾਂਗਾ ਤੁਹਾਡੇ ਦਫ਼ਤਰ। ਹੋ ਸਕਦਾ DPI ਵੱਲੋਂ ਬੋਲ ਰਿਹਾ ਹੋਵੇ। ਉਧਰੋਂ ਤੇ ਵੱਡੇ ਅਫਸਰ ਛੋਟਿਆਂ ਦਾ ਜ਼ਰਾ ਖਿਆਲ ਨਹੀਂ ਰੱਖਦੇ। ਹੁਣ ਇਹ ਆਪ ਚੱਲ ਕੇ ਉਹਦੇ ਦਫ਼ਤਰ ਜਾਏਗਾ। ਅੱਛਾ ਜੀ, ਮੈਂ ਚੱਲਦੀ ਹਾਂ ਫਿਰ। ਆ ਕੇ ਮੈਂ ਉੱਠ ਖੜੀ ਹੋਈ। ਅੱਛਾ, ਪ੍ਰਿੰਸੀਪਲ ਨੇ ਕਾਗਜ਼ ਫਰੋਲਦਿਆਂ ਬਿਨਾਂ ਮੇਰੇ ਵੱਲ ਤੱਕਿਆ ਆਖਿਆ। ਕਿੱਥੇ ਗਈ ਸੀ ਤੂੰ? ਘਰ ਆਈ ਨੂੰ ਮੇਰਾ ਭਰਾ ਪੁੱਛਦਾ। ਕੀ ਗੱਲ? ਪਿੱਛੋਂ ਤੇਰਾ ਇੱਕ ਵਿਦਿਆਰਥੀ ਸੁਖਦੇਵ ਆਇਆ ਸੀ। ਫਿਰ ਕਹਿੰਦਾ ਸੀ ਕੱਲ ਇੰਟਰਵਿਊ ਹੈ, ਮੈਡਮ ਜੀ ਤੋਂ ਪ੍ਰਿੰਸੀਪਲ ਨੂੰ ਅਖਵਾਉਣਾ। ਮੈਂ ਆਖਿਆ ਮੈਡਮ ਜੀ ਕੀ ਗਵਰਨਰ ਲੱਗੀ ਹੈ? ਆਖਣ ਲੱਗਾ ਮੈਡਮ ਜੀ ਦਾ ਕੌਣ ਕਹਿਣਾ ਮੋੜ ਸਕਦਾ। ਫਿਰ ਮੈਂ ਕਾਲੀ ਪੈ ਕੇ ਪੁੱਛਿਆ। ਆਖਣ ਲੱਗਾ ਮੈਡਮ ਜੀ ਪਤਾ ਨਹੀਂ ਕਿੱਥੇ ਗਏ ਹਨ, ਕੱਲ ਸਵੇਰੇ ਇੰਟਰਵਿਊ ਹੈ, ਬਿਨਾਂ ਸਿਫਾਰਿਸ਼ ਤੋਂ ਨਹੀਂ ਸਿਲੈਕਟ ਹੋ ਜਾਓਗੇ। ਮੈਂ ਉਹਨੂੰ ਪੁੱਛਿਆ ਤਾਂ ਆਖਣ ਲੱਗਾ ਰਾਮ ਕਰੋ ਜੀ, ਆਪਾਂ ਤਾਂ ਸੈਕੰਡ ਡਿਵੀਜ਼ਨ ਵੀ ਮਰ ਕੇ ਬਣਾਈਏ, ਉਹ ਵੀ ਮੈਡਮ ਜੀ ਨੇ ਝੜਕਾਂ ਦੇ ਕੇ, ਨਹੀਂ ਤਾਂ ਆਪਾਂ ਤਾਂ ਹਮੇਸ਼ਾ ਰਾਇਲ ਡਿਵੀਜ਼ਨਰ ਹੀ ਰਹਿੰਦੇ ਹੁੰਦੇ ਸੀ। ਫਿਰ ਮੈਂ ਆਪਣੇ ਭਰਾ ਤੋਂ ਪੁੱਛਿਆ। ਫੇਰ ਕੀ? ਮੈਂ ਆਖਿਆ ਪ੍ਰਿੰਸੀਪਲ ਮੇਰਾ ਬਹੁਤਾ ਵਾਕਫ ਤਾਂ ਨਹੀਂ, 1-2 ਵਾਰੀ ਇਨਕਮ ਟੈਕਸ ਦੇ ਸਬੰਧ 'ਚ ਦਫ਼ਤਰ ਆਇਆ ਸੀ, ਟੈਲੀਫੋਨ ਕਰਕੇ ਦੇਖ ਲੈਂਦੇ ਆ। ਉਹ ਬੋਲਿਆ ਸਾਧ ਮੁੰਡਾ ਨਹੀਂ ਦਿਓ ਤਾਂ ਤੀਵੀਂ ਤਾਂ ਨਹੀਂ ਰੱਖ ਲਓ, ਜੇ ਕੰਮ ਨਾ ਕਰੂ ਤਾਂ ਆਪਣਾ ਤਾਂ ਨਹੀਂ ਕੁਝ ਖੋਹ ਲਓ। ਮੈਂ ਫੋਨ ਕੀਤਾ, ਪਰ ਵਿਚਾਰਾ ਬੜਾ ਹੀ ਚੰਗਾ ਹੈ ਤੁਹਾਡਾ ਪ੍ਰਿੰਸੀਪਲ। ਆਖਣ ਲੱਗਿਆ ਠੀਕ ਹੈ, ਸ਼ਾਮ ਨੂੰ ਕੋਠੀ ਭੇਜ ਦੇਣਾ, ਮੈਂ ਸਮਝਾ ਦਿਆਂਗਾ। ਉਹਦਾ ਮਤਲਬ ਸੀ ਇੰਟਰਵਿਊ ਵੇਲੇ ਹੋਰ ਮੈਂਬਰ ਵੀ ਤਾਂ ਹੋਣਗੇ, ਜੇ ਪਹਿਲਾਂ ਜ਼ਰਾ ਅਗਲੇ ਨੂੰ ਸਮਝਾ ਦਿੱਤਾ ਜਾਵੇ ਤਾਂ ਫਿਰ ਠੀਕ ਰਹਿੰਦਾ। ਪਰਸੋਂ ਨੂੰ ਉਹਦੀ ਇਨਕਮ ਟੈਕਸ ਦੀ ਪੇਸ਼ੀ ਹੈ, ਇਸ ਵਾਰੀ ਉਹਦਾ ਕੇਸ ਮੇਰੇ ਕੋਲ ਤਾਂ ਨਹੀਂ। ਖੈਰ ਦੂਜੇ ITO ਨੂੰ ਆਖ ਦਿਆਂਗਾ, ਜ਼ਰਾ ਖਿਆਲ ਰੱਖ ਲਏਗਾ। ਮੇਰਾ ਭਰਾ ਮੈਨੂੰ ਦੱਸ ਰਿਹਾ ਸੀ। ਮੈਂ ਚੁੱਪਚਾਪ ਉਹਦੇ ਮੂੰਹ ਵੱਲ ਵੇਖ ਰਹੀ ਸੀ, ਜਿਵੇਂ ਕੋਈ ਕਹਾਣੀ ਸੁਣਾ ਰਿਹਾ ਹੋਵੇ, ਪਰ ਇਹ ਕਹਾਣੀ ਨਹੀਂ ਸੀ, ਇਹ ਤਾਂ ਸੱਚੀ ਗੱਲ ਸੀ। ਉਸ ਵੇਲੇ ਮੈਨੂੰ ਲੱਗਿਆ ਮੈਂ ਵੀ ਕਿੱਡੀ ਮੂਰਖ ਹਾਂ। ਧੰਨਵਾਦ।